ਇਹਨਾਂ ਨੇ ਦੂਸਰੀਆਂ ਪੰਕਤੀਆਂ ਦੇ ਅਰਥ ਪੁੱਛੇ ਹਨ, ਪਰ ਮੈਂ ਇਹਨਾਂ ਪੰਕਤੀਆਂ ਦੇ ਅਰਥ ਜ਼ਰੂਰ ਇਹਨਾਂ ਨੂੰ ਦੱਸਣਾ ਚਾਹਾਂਗਾ। ਕਬੀਰ ਕੋਠੀ ਕਾਠ ਕੀ ਦਹਿ-ਦਿਸ ਲਾਗੀ ਆਗ, ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ। ਕਬੀਰ ਜੀ ਕਹਿੰਦੇ ਹਨ ਵੀ ਇਹ ਲੱਕੜ ਦੀ ਕੋਠੀ ਨੂੰ ਚਾਰ ਚੁਫੇਰਿਓਂ ਅੱਗ ਲੱਗੀ ਹੋਈ, ਤੇ ਜਿਹੜੇ ਪੰਡਤ ਹਨ ਨਾ, ਪੜ੍ਹੇ ਲਿਖੇ, ਜਿਹੜੇ ਅਰਥਾਂ ਦੇ ਬਹੁਤ ਗਿਆਤਾ ਹਨ ਤੇ ਅਰਥ ਬਹੁਤ ਜਾਣਦੇ ਹਨ, ਬੜੇ ਸਮਝਦਾਰ ਹਨ, ਸਮਝਾਉਂਦੇ ਹਨ ਦੂਸਰਿਆਂ, ਉਹ ਤੇ ਸੜ ਕੇ ਸਵਾਹ ਹੋ ਗਏ। ਮੂਰਖ ਉਬਰੇ ਭਾਗ। ਦੇਖੋ, ਮੂਰਖ ਕੌਣ ਹੈ? ਜਿਹਨੇ ਬਾਹਰੋਂ ਅਰਥ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਹੜਾ ਅਰਥਾ ਅਤੀਤ ਵੱਲ ਨੂੰ ਗਿਆ ਹੈ। ਪਰਮਾਤਮਾ ਅਰਥਾਂ ਦੇ ਵਿੱਚ ਥੋੜ੍ਹੀ ਆਉਂਦਾ ਹੈ, ਉਹ ਅਰਥ ਅਤੀਤ ਹੈ, ਤੇ ਜਿਹੜਾ ਅਰਥ ਅਤੀਤ ਵੱਲ ਨੂੰ ਗਿਆ। ਫਿਰ ਦੂਸਰੀ ਗੱਲ ਇਹ ਹੈ ਵੀ ਮੈਂ ਕੋਈ ਸ਼ਬਦਾਂ ਦੇ ਅਰਥ ਕਰਕੇ ਥੋੜ੍ਹੀ ਸਮਝਾਉਣਾ ਹਾਂ ਤੁਹਾਨੂੰ, ਤੁਸੀਂ ਇਉਂ ਸੋਚ ਲੈਂਦੇ ਹੋ। ਕਿਸੇ ਵਿਦਵਾਨ ਨੂੰ ਇਹ ਰਿਕਾਰਡਿੰਗਾਂ ਸੁਣਾ ਕੇ ਦੇਖਿਓ, ਉਹ ਕਹੂਗਾ ਵੀ ਅਰਥ ਤੇ ਕੋਈ ਵੀ ਨਹੀਂ ਕੀਤਾ ਹੈ ਇਹਨਾਂ ਨੇ। ਤੇ ਅਰਥ ਥੋੜ੍ਹੀ ਕੀਤੇ ਜਾ ਰਹੇ ਹਨ ਇੱਥੇ ਤੇ ਅਰਥਾ ਅਤੀਤ ਵੱਲ ਨੂੰ ਪ੍ਰੇਰਿਆ ਜਾ ਰਿਹਾ ਹੈ, ਸਿਰਫ ਉਪਦੇਸ਼ ਦਾ ਸਹਾਰਾ ਲਿਆ ਜਾ ਰਿਹਾ ਹੈ। ਬਾਬੇ ਨਾਨਕ ਦੇ ਉਪਦੇਸ਼ ਦਾ ਸਹਾਰਾ, ਜਾਂ ਹੋਰ ਜਿਹੜੇ ਪ੍ਰਭੂ ਦੇ ਪਿਆਰੇ ਹੋਏ ਹਨ, ਉਹਨਾਂ ਦਾ ਸਹਾਰਾ ਲੈ ਕੇ ਤੁਹਾਨੂੰ ਉਹਨਾਂ ਦੇ ਸਹਾਰੇ ਚਾਰ ਕਦਮ ਤੋਰਿਆ ਜਾਂਦਾ ਹੈ। ਖਿਆਲ ਵਿੱਚ ਰੱਖੋ, ਅਰਥ ਥੋੜ੍ਹੇ ਕੀਤੇ ਜਾ ਰਹੇ ਹਨ। ਵੀ ਅਗਰ ਮੈਂ ਡਾਇਰੈਕਟ ਕੋਈ ਗੱਲ ਕਰਾਂ, ਆਪੜੀ ਕਰਾਂ ਕਿ ਤੂੰ ਪ੍ਰਮਾਣ ਨਾ ਦੇਵਾਂ, ਤੇ ਤੁਸੀਂ ਸ਼ਾਇਦ ਚੱਲਣ ਨੂੰ ਨਾ ਹੀ ਤਿਆਰ ਹੋਵੋ ਵੀ ਪਤਾ ਨਹੀਂ ਸੱਚ ਕਹਿ ਰਿਹਾ ਕਿ ਨਹੀਂ ਕਹਿ ਰਿਹਾ, ਕੀ ਪੱਕਾ, ਕੀ ਭਰੋਸਾ। ਤੁਹਾਨੂੰ ਆਪਣੇ ਆਪ ਨੂੰ ਤੇ ਪਤਾ ਨਹੀਂ ਹੈ, ਪਰ ਜਦੋਂ ਪ੍ਰਮਾਣ ਦਿੱਤਾ ਜਾਂਦਾ ਹੈ, ਬਾਣੀ ਦਾ, ਉਪਦੇਸ਼ ਦਾ, ਤੇ ਤੁਸੀਂ ਸਮਝ ਲੈਂਦੇ ਹੋ ਵੀ ਠੀਕ ਹੀ ਕਿਹਾ ਹੈ ਇਹਨਾਂ ਨੇ, ਠੀਕ ਹੀ ਕਹਿ ਰਹੇ ਹਨ ਵੀ ਬਾਬੇ ਨਾਨਕ ਨੇ ਵੀ ਇਹੋ ਹੀ ਕਿਹਾ ਸੀ, ਤੇ ਤੁਸੀਂ ਚਾਰ ਕਦਮ ਨਾਲ ਚੱਲ ਲੈਂਦੇ ਹੋ। ਥੋੜ੍ਹਾ ਜਿਹਾ ਸਫ਼ਰ ਕਰ ਲੈਂਦੇ ਹੋ, ਤੇ ਜਿਹੜਾ ਚੱਲਣ ਨੂੰ ਤਿਆਰ ਹੋਵੇਗਾ ਉਹ ਹੀ ਪਹੁੰਚੇਗਾ ਨਾ। ਹੁਣ ਜੇ ਕੋਈ ਚੱਲਣ ਨੂੰ ਤਿਆਰ ਨਾ ਹੋਇਆ, ਸਿਰਫ ਬਾਹਰੋਂ ਸਮਝਣ ਨੂੰ ਹੀ ਕੋਸ਼ਿਸ਼ ਕਰਦਾ ਰਿਹਾ ਵੀ ਸੋਝੀ ਪਾਓ ਜੀ, ਹੁਣ ਬਾਹਰੋਂ ਸੋਝੀ ਹੀ ਤੁਹਾਨੂੰ ਮਿਲਦੀ ਰਵੇ ਤੇ ਉਹਦੇ ਨਾਲ ਉਪਲਬਧੀ ਥੋੜ੍ਹੀ ਹੋ ਜਾਣੀ। ਸ਼ਬਦਾਂ ਦੇ ਅਰਥਾਂ ਦੀ ਸੋਝੀ, ਸਮਝ ਆ ਗਏ ਅਰਥ, ਤੋ ਤੇ ਬਾਹਰੋਂ ਆਏ ਨਾ। ਤੇ ਇਹ ਯਾਤਰਾ ਅੰਦਰ ਦੀ ਹੈ, ਸਿਰਫ ਸ਼ਬਦਾਂ ਦੇ ਅਰਥਾਂ ਦੁਆਰਾ ਤੁਸੀਂ ਬਾਹਰ ਹੀ ਜੁੜਦੇ ਹੋ, ਤੇ ਇੱਧਰ ਅਰਥ ਥੋੜ੍ਹੇ ਕੀਤੇ ਜਾ ਰਹੇ।
ਤੇ ਇੱਥੇ ਪ੍ਰਯੋਜਨ ਅਰਥਾਂ ਦਾ ਹੈ ਵੀ ਨਹੀਂ, ਇੱਥੇ ਕਥਾ ਨਹੀਂ ਹੋ ਰਹੀ ਹੈ। ਇੱਥੇ ਜਿਹੜੇ ਚੱਲਣ ਵਾਲੇ ਹਨ ਉਹ ਚੱਲ ਰਹੇ ਹਨ। ਤੁਸੀਂ ਕਿਹਾ ਹੈ ਨਾ ਸੋਝੀ ਪਾਓ, ਤੇ ਜਿਹੜੇ ਸੋਝੀ ਲੈਣ ਵਾਲੇ ਹਨ ਬਾਹਰੋਂ ਉਹ ਤੇ ਪੰਡਤ ਹੋ ਜਾਣਗੇ, ਤੇ ਪੰਡਤ ਜਲ ਮੂਏ। ਪਰ ਜਿਹੜੇ ਸਾਂਝ ਪਾਉਣ ਵਾਲੇ ਹਨ ਅੰਦਰੋਂ ਉਹ ਸਮਝਦੇ ਹਨ ਵਾਸਤਵਿਕ ਦੇ ਵਿੱਚ। ਕਿਉਂਕਿ ਬਾਹਰ ਦੀ ਗੱਲ ਤੁਸੀਂ ਬਾਹਰ ਦੀ ਸਾਂਝ ਪਾ ਕੇ ਸਮਝ ਜਾਓਗੇ। ਜਿਵੇਂ ਬਾਹਰੋਂ ਆਪਾਂ ਕਿਸੇ ਦੇ ਨਾਲ ਸਾਂਝ ਪਾ ਲੈਂਦੇ, ਲੈਣ ਦੇਣ ਦੀ ਸਾਂਝ। ਹੁਣ ਜਿਹੜੀ ਬਾਹਰੋਂ ਸਾਂਝ ਪਵੇਗੀ ਤਾਂ ਉਹ ਬਾਹਰ ਦੀ ਹੀ ਗੱਲ ਹੋਵੇਗੀ ਤੇ ਬਾਹਰੋਂ ਹੀ ਸਮਝੋਗੇ। ਕਥਾ ਵਾਰਤਾ ਕਰਨ ਵਾਲੇ ਬਾਹਰੋਂ ਹੀ ਸਾਂਝ ਪਾਉਂਦੇ ਆ। ਬੁੱਧੀ ਦੀ ਸਾਂਝ, ਵਿਚਾਰ ਦੀ ਸਾਂਝ। ਪਰ ਇਹ ਅੰਦਰ ਦੀ ਗੱਲ ਹੈ। ਜਦੋਂ ਤੁਸੀਂ ਅੰਦਰ ਦੀ ਸਾਂਝ ਪਾਓਗੇ ਤੇ ਅੰਦਰੋਂ ਸਮਝ ਵਿੱਚ ਆਵੇਗੀ। ਤੇ ਜਿਹੜੇ ਅੰਦਰੋਂ ਸਾਂਝ ਪਾਉਂਦੇ ਹਨ ਉਹ ਫਿਰ ਅੰਦਰ ਨੂੰ ਜਾਂਦੇ ਹਨ ਤਾਂ ਉਹਨਾਂ ਨੂੰ ਸੋਝੀ ਆਉਂਦੀ ਹੈ, ਉਹਨਾਂ ਨੂੰ ਪਤਾ ਲੱਗਦਾ ਹੈ। ਉੱਥੇ ਜਾ ਕੇ ਅਰਥ ਸਾਫ਼ ਹੁੰਦਾ ਹੈ। ਤੁਸੀਂ ਇਉਂ ਸਮਝ ਲਵੋ ਵੀ ਜਿਹੜੇ ਰਸਤੇ ਥਾਣੀ ਤੁਸੀਂ ਗੁਜ਼ਰੇ ਹੋ, ਕਿਸੇ ਸ਼ਹਿਰ ਪਹੁੰਚੇ ਹੋ, ਤਾਂ ਉਹ ਰਸਤੇ ਨੂੰ ਤੁਸੀਂ ਗੌਰ ਨਾਲ ਦੇਖਿਆ ਹੋਇਆ ਹੈ। ਅਗਰ ਕੋਈ ਤੁਹਾਨੂੰ ਉਸ ਰਸਤੇ ਬਾਰੇ ਪੁੱਛੇ, ਮੈਪ ਤੁਹਾਡੇ ਸਾਹਮਣੇ ਰੱਖ ਦੇਵੇ, ਨਕਸ਼ਾ, ਤੇ ਤੁਸੀਂ ਉਹ ਸਾਫ਼ ਉਹ ਰਸਤੇ ਬਾਰੇ ਪੂਰਾ ਹੀ ਦੱਸਣਾ ਸ਼ੁਰੂ ਕਰ ਦੇਵੋਗੇ ਵੀ ਇੱਥੋਂ ਚੜ੍ਹਾਈ ਹੈ, ਇਹ ਪਹਾੜੀ ਇਲਾਕਾ ਹੈ, ਇਹ ਜੰਗਲੀ ਇਲਾਕਾ ਹੈ। ਤੁਸੀਂ ਉਸ ਰਸਤੇ ਥਾਣੀ ਗੁਜ਼ਰੇ ਹੋ ਤੇ ਤੁਹਾਨੂੰ ਸਭ ਪਤਾ ਹੈ ਉਸ ਰਸਤੇ ਦਾ, ਤਾਂ ਤੁਸੀਂ ਹਰ ਟਿਕਾਣੇ ਦੀ ਹੀ ਗੱਲ ਕਰ ਜਾਓਗੇ। ਪਤਾ ਹੈ ਨਾ। ਤੇ ਅਗਰ ਕੋਈ ਦੱਸੇਗਾ ਵੀ ਉਸ ਰਸਤੇ ਦੇ ਉੱਤੇ ਆਹ ਹਿੱਲ ਸਟੇਸ਼ਨ ਹੈ, ਤੁਸੀਂ ਕਹੋਗੇ ਹਾਂ ਮੈਂ ਦੇਖਿਆ, ਪਤਾ ਹੈ। ਪਹੁੰਚ ਕੇ ਪਤਾ ਲੱਗਾ ਨਾ। ਅਗਰ ਤੁਸੀਂ ਵੀ ਪਹੁੰਚੋਗੇ ਤੁਹਾਨੂੰ ਵੀ ਪਤਾ ਲੱਗੇਗਾ, ਅਗਰ ਨਹੀਂ ਪਹੁੰਚੇ ਉੱਥੇ ਜਾ ਕੇ ਇੱਕਦਮ ਸਾਫ਼ ਹੋ ਜਾਂਦਾ। ਇਵੇਂ ਹੀ ਜਦੋਂ ਕੋਈ ਆਦਮੀ ਚੱਲਦਾ ਹੈ ਨਾ ਤੇ ਉਸ ਮਾਰਗ ਦੇ ਉੱਤੇ, ਤੇ ਇਹ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਉਹਨਾਂ ਵਾਸਤੇ ਹੀ ਹਨ ਜਿਹੜੇ ਚੱਲ ਰਹੇ ਹਨ, ਤਾਂ ਉਹਨਾਂ ਨੂੰ ਇਉਂ ਦੀਆਂ ਰੁਕਾਵਟਾਂ ਵੀ ਪੈਂਦੀਆਂ ਹਨ। ਤੇ ਜਦੋਂ ਰੁਕਾਵਟਾਂ ਪੈਂਦੀਆਂ ਹਨ ਤੇ ਜਿਵੇਂ ਸੜਕ ਕਿਨਾਰੇ ਲਿਖਿਆ ਹੁੰਦਾ ਹੈ ਵੀ ਸਾਵਧਾਨ, ਇਹ ਰਸਤਾ ਗਲਤ ਹੈ, ਇੱਧਰ ਨੂੰ ਨਾ ਜਾਓ, ਖਿਆਲ ਵਿੱਚ ਆ ਜਾਂਦਾ ਹੈ। ਇੱਦਾਂ ਹੀ ਇਹ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ ਇਹ ਵੀ ਖਿਆਲ ਵਿੱਚ ਆ ਜਾਂਦੀਆਂ ਹਨ, ਕਿਉਂਕਿ ਗਹਿਰਾਈ ਨਾਲ ਸੁਣੀਆਂ ਹੋਈਆਂ ਹਨ। ਜਿਹੜਾ ਗਹਿਰਾਈ ਨਾਲ ਸੁਣਦਾ ਹੈ ਨਾ ਉਹਨੂੰ ਇੱਕਦਮ ਖਿਆਲ ਵਿੱਚ ਆ ਜਾਂਦੀ ਹੈ ਉੱਥੇ ਗੱਲ ਜਾ ਕੇ ਵੀ ਇਹ ਗਲਤੀ ਹੋਊਗੀ। ਮੇਰੇ ਅੰਦਰ ਹਉਂ ਆ ਗਈ, ਮੈਂ ਆਕਾਂਸ਼ਾ ਕਰ ਲਈ, ਮੇਰੇ ਅੰਦਰ ਵਾਸ਼ਨਾ ਆ ਗਈ। ਇਹ ਤਾਂ ਬਹੁਤ ਆਦਮੀ ਸੁਚੇਤ ਹੋਵੇ ਤਾਂ ਪਤਾ ਲੱਗਦਾ ਹੈ। ਖਿਆਲ ਵਿੱਚ ਰੱਖੋ ਇਹ ਬਹੁਤ ਸੂਖਸ਼ਮ ਹੈ। ਅਹੰਕਾਰ ਅਤੀ ਸੂਖਸ਼ਮ ਹੈ, ਇਹਨੂੰ ਪਕੜ ਪਾਉਣਾ ਬਹੁਤ ਕਠਿਨ ਹੈ, ਸਖਾਲਾ ਨਹੀਂ ਹੈ। ਆਪਣੀਆਂ ਊਣਤਾਈਆਂ ਨੂੰ ਪਕੜ ਪਾਉਣਾ ਬਹੁਤ ਔਖਾ ਹੈ। ਕੋਈ ਮੰਨਦਾ ਹੀ ਨਹੀਂ ਇਹ ਮੇਰੇ 'ਚ ਊਣਤਾਈਆਂ ਹੈ। ਅਤੇ ਹੰਕਾਰ ਨੂੰ ਫੜਨਾ ਆਪਾਂ ਨੂੰ ਖਿਆਲ ਵਿੱਚ ਹੀ ਨਹੀਂ ਆਉਂਦਾ ਹੈ ਵੀ ਆਪਾਂ ਹਰ ਗੱਲ ਹੀ ਹੰਕਾਰ ਨਾਲ ਕਰਦੇ ਹਾਂ। ਬਹੁਤ ਸੂਖਸ਼ਮ ਹੈ। ਅਤੇ ਜਿਹਨੂੰ ਪਤਾ ਲੱਗ ਜਾਵੇ ਵੀ ਇਹ ਮੇਰੇ ਅੰਦਰ ਅਹੰ ਭਾਵ ਆ ਗਿਆ, ਉਹ ਤੇ ਬਹੁਤ ਸੁਚੇਤ ਹੋਵੇਗਾ ਤਾਂ ਪਤਾ ਲੱਗੇ।
ਬਹੁਤ ਜਾਗਰੂਕ ਹੋਵੇ ਜਿਹੜਾ ਨਾ, ਉਹਨੂੰ ਪਤਾ ਲੱਗਦਾ ਅਹੰ ਭਾਵ ਦਾ। ਫਿਰ ਖਿਆਲ ਵਿੱਚ ਰੱਖਿਓ ਵੀ 24 ਘੰਟੇ ਹੀ ਅਹੰ ਭਾਵ ਦੇ ਵਿੱਚ ਰਹਿੰਦਾ ਹੈ ਬੰਦਾ, ਪਤਾ ਥੋੜ੍ਹੀ ਲੱਗਦਾ। ਹਰ ਗੱਲ ਹੀ ਉਹਦੇ ਦੁਆਰਾ ਹੁੰਦੀ ਹੈ, ਤੁਸੀਂ ਮੰਨੋ ਨਾ ਮੰਨੋ। ਤੁਸੀਂ ਜਾਣੋਗੇ ਤੇ ਫਿਰ ਹੀ ਮੰਨੋਗੇ। ਹਉ ਭਾਵ ਤੋਂ ਬਗੈਰ ਤੇ ਤੁਸੀਂ ਕੁਛ ਕਰਦੇ ਹੀ ਨਹੀਂ। ਜਿਹੜੇ ਜਾਣ ਲੈਂਦੇ ਹਨ ਉਹਨਾਂ ਨੂੰ ਪਤਾ ਲੱਗਦਾ ਹੈ ਅਹੰ ਭਾਵ ਤੇ ਸਦਾ ਹੀ ਰਹਿ ਰਿਹਾ ਹੈ। ਅਗਰ ਇਹ ਨਾ ਹੋਵੇ ਤੇ ਵੈਸੀ ਅਵਸਥਾ ਹੋਵੇਗੀ ਜੈਸੀ ਅਵਸਥਾ ਦੀ ਗੱਲ ਇਸ ਆਡੀਓ ਰਿਕਾਰਡਿੰਗ ਵਿੱਚ ਕੀਤੀ ਹੈ ਵੀ ਉੱਥੇ ਕੁਛ ਵੀ ਨਹੀਂ ਸੀ। ਜਦੋਂ ਅਹੰਕਾਰ ਨਹੀਂ ਹੁੰਦਾ ਨਾ, ਫਿਰ ਐਸੀ ਅਵਸਥਾ ਹੁੰਦੀ ਹੈ ਵੀ ਉੱਥੇ ਕੁਛ ਵੀ ਨਹੀਂ ਸੀ। ਉੱਥੇ ਨਾ ਮੈਂ ਸੀ, ਨਾ ਤੂੰ ਸੀ, ਨਾ ਹਉ ਸੀ, ਨਾ ਮੇਰੀ ਹੋਂਦ ਸੀ, ਕੁਛ ਵੀ ਨਹੀਂ ਸੀ। ਜਿਹਦੇ ਅੰਦਰ ਹਉ ਨਹੀਂ ਹੁੰਦੀ ਉਹ ਵੈਸਾ ਹੁੰਦਾ। ਤੇ ਹਉ ਕੁਛ ਚਿਰ ਵਾਸਤੇ ਹੀ ਮਿਟ ਜਾਵੇ ਤੇ ਕਿੰਨਾ ਆਨੰਦ ਹੈ। ਹਉ ਦਾ ਮਿਟ ਜਾਣਾ ਕਿੰਨਾ ਸੁਖਦਾਈ ਹੈ ਕਿ ਉਹਦੀ ਆਕਾਂਸ਼ਾ ਪੈਦਾ ਹੁੰਦੀ। ਮੈਂ ਦਾ ਮਿਟ ਜਾਣਾ ਕਿੰਨਾ ਰਸਦਾਇਕ ਹੈ ਕਿ ਉਹਦੀ ਵਾਸ਼ਨਾ ਪੈਦਾ ਹੁੰਦੀ ਵੀ ਫਿਰ ਮਿਟ ਜਾਵਾਂ, ਮੈਂ ਫਿਰ ਮਿਟ ਜਾਵਾਂ, ਫਿਰ ਨਾ ਹੋ ਜਾਵਾਂ। ਤੁਸੀਂ ਨਾ ਹੋਣ ਤੋਂ ਡਰਦੇ ਹੋ। ਜਿਨ੍ਹਾਂ ਨੂੰ ਰਸ ਪੈਦਾ ਹੋ ਜਾਂਦਾ ਹੈ, ਇਹੋ ਹੀ ਕਿਹਾ ਹੈ ਨਾ ਵੀ ਉਹ ਰਸ ਆਵਾ ਤਾਂ ਇਹ ਰਸ ਨਾ ਪਾਵਾ। ਕਿਉਂਕਿ ਉਹ ਰਸ ਨਾ ਹੋਣ ਵਾਲਾ ਆ ਜਾਵੇ ਨਾ, ਤੇ ਹੋਣ ਵਾਲਾ ਰਸ ਜਿਹੜਾ ਹੈ ਨਾ, ਇਹ ਪਾਉਂਦਾ ਨਹੀਂ ਹੈ। ਫਿਰ ਤੇ ਅਗਰ ਕਹਿ ਦੇਵੇ ਨਾ ਉਸ ਆਦਮੀ ਨੂੰ ਵੀ ਤੈਨੂੰ ਇੱਥੋਂ ਦਾ ਰਾਸ਼ਟਰਪਤੀ ਬਣਾ ਦਿੰਦੇ ਆ, ਤੇ ਉਹਨੂੰ ਕੁਛ ਵੀ ਨਹੀਂ। ਉਹ ਕਹੇਗਾ ਤੇ ਰਾਸ਼ਟਰਪਤੀ 'ਚ ਕੀ ਰੱਖਿਆ, ਇੱਥੇ ਤੇ ਪਰਮ ਸਿੰਘਾਸਨ 'ਤੇ ਜਾ ਬੈਠਾ ਹਾਂ ਮੈਂ। ਇਹ ਤੇ ਕੁਛ ਵੀ ਨਹੀਂ ਹੈ, ਛੋਟੇ ਛੋਟੇ ਰਾਸ਼ਟਰ। ਤੇ ਇਹ ਕੋਈ ਵੀ ਸੁੱਖ ਪ੍ਰਲੋਭਨ ਨਹੀਂ ਦੇ ਸਕਦਾ ਸੰਸਾਰ ਦਾ। ਦੇਖੋ ਤੁਸੀਂ, ਇਹ ਉਲਟੀ ਗੱਲ ਹੋ ਜਾਂਦੀ ਵੀ ਨਾ ਹੋਣ ਦਾ ਸੁੱਖ ਇੰਨਾ ਵਿਰਾਟ ਹੈ ਕਿ ਕਿੱਡਾ ਵੱਡਾ ਮਰਜ਼ੀ ਆਦਮੀ ਹੋ ਜਾਵੇ, ਉਹਦੇ ਕੋਲ ਕੁਛ ਵੀ ਨਹੀਂ। ਇਹੋ ਹੀ ਕਿਹਾ ਹੈ ਨਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪਤ ਹੋਏ ਸੁਖੀਆ। ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ, ਪਰ ਜਿਹੜਾ ਐਸਾ ਉਹਦੇ ਨਾਮ ਦੇ ਵਿੱਚ ਖੋਇਆ ਹੋਇਆ, ਉਹਦੀ ਯਾਦ ਵਿੱਚ ਖੋਇਆ ਹੋਇਆ, ਆਪਣੇ ਮੈਂ ਦੇ ਤਲ ਤੇ ਮਿਟਿਆ ਹੋਇਆ, ਉਹ ਹੈ ਵਾਸਤਵਿਕ। ਸਗਲ ਸ੍ਰਿਸ਼ਟ ਕਾ ਰਾਜਾ ਦੁਖੀਆ। ਫਿਰ ਦੂਸਰੇ ਪਾਸੇ ਇੱਕ ਹੋਰ ਵੀ ਉਦਾਹਰਣ ਹੈ। ਕਹਿੰਦੇ ਹਨ, ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨ, ਜਾਤ ਨਾ ਪਤ ਨਾ ਆਤਰੋ ਉਦਿਆਨ ਪਰਮਿੰਨ, ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿੰਨ, ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ। ਉਹ ਕਹਿੰਦੇ ਟੁੱਟੀ ਹੋਈ ਝੌਂਪੜੀ 'ਚ ਜਿਹੜਾ ਬੈਠਾ ਹੈ, ਕੋਈ ਸੰਗੀ ਸਾਥੀ ਨਹੀਂ, ਕੋਈ ਆਪਣਾ ਨਹੀਂ ਉਹਦਾ, ਪਾਟੇ ਕੱਪੜੇ ਹਨ, ਖਾਣ ਨੂੰ ਕੁਛ ਨਹੀਂ, ਰਹਿਣ ਨੂੰ ਕੁਛ ਨਹੀਂ, ਬਿਲਕੁਲ ਭਿਖਾਰੀ ਹੈ। ਪਰ ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ। ਅਗਰ ਉਹਨਾਂ ਦਾ ਮਨ ਭਿੱਜਾ ਹੋਇਆ, ਡੁੱਬਿਆ ਹੋਇਆ ਉਸ ਪਰਮ ਸਾਗਰ ਦੇ ਵਿੱਚ, ਤੇ ਤ੍ਰਿਪਤ ਹੈ। ਤੇ ਤ੍ਰਿਪਤੀ ਦਾ ਰਸ ਜਿਹੜਾ ਹੈ ਅੰਦਰੋਂ ਜਾ ਕੇ ਆਉਂਦਾ ਹੈ, ਬਾਹਰੋਂ ਥੋੜ੍ਹੀ ਤੁਸੀਂ ਇਹਨੂੰ ਸਮਝ ਲਵੋਗੇ। ਹੁਣ ਬਾਹਰੋਂ ਅਗਰ ਕਿਸੇ ਨੂੰ ਟੁੱਟੀ ਹੋਈ ਝੌਂਪੜੀ ਦੇ ਵਿੱਚ ਦੇਖੋਗੇ ਬੈਠਾ, ਤੁਸੀਂ ਸੋਚ ਹੀ ਨਹੀਂ ਸਕਦੇ ਵੀ ਇਹ ਸੁਖੀ ਹੋਊਗਾ। ਕਿਉਂਕਿ ਬਾਹਰੋਂ ਦੇਖ ਰਹੇ ਹੋ ਨਾ, ਤੁਸੀਂ ਦੇਖਦੇ ਹੋ ਵੀ ਮਹਿਲ ਦੇ ਵਿੱਚ ਬੈਠਾ ਹੋਇਆ ਆਦਮੀ ਸੁਖੀ ਹੈ,
ਬੜੇ ਬੜੇ ਸਿੰਘਾਸਨ 'ਤੇ ਬੈਠੇ ਹੋਏ ਸੁਖੀ ਹਨ, ਬੜੀਆਂ ਬੜੀਆਂ ਪਦਵੀਆਂ, ਅਤੇ ਇਸੇ ਕਰਕੇ ਤੁਹਾਡੀ ਆਕਾਂਸ਼ਾ ਵੀ ਉੱਠਦੀ ਹੈ ਕਿ ਸਾਡੇ 'ਚ ਵੀ ਐਸਾ ਹੋਵੇ, ਅਸੀਂ ਵੀ ਕਿਸੇ ਸਿੰਘਾਸਨ 'ਤੇ ਬੈਠੀਏ, ਹੁਕਮ ਚੱਲਾਈਏ, ਕਿੰਨਾ ਨਾ ਮਜ਼ਾ ਆਊਗਾ, ਤੁਹਾਨੂੰ ਉਹ ਸੁੱਖ ਲੱਗਦਾ। ਪਰ ਜਿਹੜਾ ਜਾਣਦਾ ਹੈ ਨਾ, ਉਹ ਕਹਿੰਦਾ ਹੈ ਉਸ ਅੰਦਰਲੇ ਸੁੱਖ ਦੇ ਮੁਤਾਬਕ ਤੇ ਕੁਛ ਵੀ ਨਹੀਂ, ਤੁੱਛ। ਤੇ ਅਰਥ ਜਿਹੜਾ ਹੈ ਨਾ ਜੀਵਨ ਦਾ, ਇਹ ਬਾਹਰੋਂ ਨਹੀਂ ਮਿਲਦਾ ਹੈ। ਇਹ ਅਰਥਾਂ ਨੂੰ ਜਾਣਨ ਵਾਸਤੇ ਅੰਦਰ ਜਾਣਾ ਪੈਂਦਾ ਹੈ, ਅੰਦਰੋਂ ਹੀ ਤੁਹਾਨੂੰ ਅਰਥ ਮਿਲਣਗੇ। ਪਿੱਛੇ ਵੀ ਕਿਸੇ ਨੇ ਪੁੱਛਿਆ ਸੀ ਨਾ, ਇੱਕ ਆਸਾ ਦੀ ਵਾਰ ਦੀ ਪੌੜੀ ਦੀਆਂ 2 ਪੰਗਤੀਆਂ, ਉਹਨਾਂ ਦਾ ਅਰਥ ਅਜੇ ਤੱਕ ਹੀ ਨਹੀਂ ਆਪਾਂ ਕੀਤਾ। ਮੈਂ ਕਿਹਾ ਸੀ ਵੀ ਪਹਿਲਾਂ ਤੁਸੀਂ ਅੰਦਰ ਜਾਓ, ਅੰਦਰ ਚਲੇ ਗਏ ਤੁਸੀਂ ਸ਼ਾਇਦ ਆਪਣੇ ਆਪ ਹੀ ਸਮਝ ਲਵੋਗੇ। ਅੰਦਰ ਜਾ ਕੇ ਤੁਹਾਨੂੰ ਸ਼ਾਇਦ ਆਪਣੇ ਆਪ ਹੀ ਸਮਝ ਵਿੱਚ ਆ ਜਾਵੇ, ਬਾਹਰੋਂ ਸਮਝ ਵਿੱਚ ਥੋੜ੍ਹੀ ਆਵੇਗਾ। ਅੱਖਰੀ ਅਰਥ ਦੁਆਰਾ ਸਮਝਿਆ ਹੋਇਆ ਅੱਖਰੀ ਅਰਥ ਹੀ ਰਹੇਗਾ, ਬੁੱਧੀ ਦੇ ਤਲ 'ਤੇ ਹੀ ਰਹੇ। ਤੇ ਅੰਦਰ ਜਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ। ਉਹ ਪੰਗਤੀਆਂ ਸਨ, ਨਾਨਕ ਹੁਕਮੀ ਲਿਖੀਐ ਲੇਖ, ਜੇਹਾ ਵੇਖੈ ਤੇਹਾ ਵੇਖ। ਜੇਹਾ ਵੇਖੈ ਤੇਹਾ ਵੇਖ, ਜਿਹੜਾ ਮਿਟ ਜਾਂਦਾ ਹੈ ਨਾ, ਉਹਨੂੰ ਵੈਸਾ ਨਜ਼ਰ ਆਉਂਦਾ ਹੈ ਜੈਸਾ ਲਿਖਿਆ ਹੈ, ਜੇਹਾ ਵੇਖ ਤੇਹਾ ਵੇਖ। ਜਿਸ ਤਰ੍ਹਾਂ ਦਾ ਪਰਮਾਤਮਾ ਵਿਖਾ ਰਿਹਾ ਹੈ, ਵੈਸਾ ਹੀ ਉਹ ਵੇਖ ਰਿਹਾ ਹੈ। ਤੇ ਹੁਕਮੀ ਲਿਖੀਏ ਲੇਖ, ਜੋ ਲਿਖਿਆ ਹੋਇਆ ਹੈ ਵੈਸਾ ਹੀ ਹੋ ਰਿਹਾ ਹੈ, ਵੈਸਾ ਹੀ ਦਿਖ ਰਿਹਾ ਹੈ। ਜਿਸ ਤਰ੍ਹਾਂ ਦਾ ਪਰਮਾਤਮਾ ਦੇਖਣਾ ਚਾਹ ਰਿਹਾ ਹੈ, ਵੈਸਾ ਹੀ ਉਹਦੇ ਵਿੱਚ ਬੈਠ ਕੇ ਦੇਖ ਰਿਹਾ।